अति प्यारे विद्यार्थियों, कोविड-19 ਕਰੋਨਾ ਮਹਾਮਾਰੀ ਦੇ ਚਲਦਿਆਂ ਅਜੋਕੇ ਸਮੇਂ ਵਿੱਚ ਵਿਦਿਆਰਥੀ ਬਹੁਤ ਹੀ ਤਣਾਅਮਈ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ। ਪਰ ਇਹ ਸਮਾਂ ਸਾਨੂੰ ਪ੍ਰੀਖਿਆ ਦੀ ਤਿਆਰੀ ਲਈ ਯੋਜਨਾਬੱਧ ਤਰੀਕੇ ਨਾਲ ਲਗਾ ਕੇ ਸਾਰਥਕ ਲਾਭ ਉਠਾਉਣਾ ਚਾਹੀਦਾ ਹੈ। ਮਨੁੱਖੀ ਜੀਵਨ ਵਿੱਚ ਪ੍ਰੀਖਿਆਵਾਂ ਬਹੁਤ ਹੀ ਅਹਿਮ ਹਨ, ਚਾਹੇ ਉਹ ਵਿਦਿਅਕ ਖੇਤਰ ਨਾਲ ਸੰਬੰਧਿਤ ਹੋਣ ਜਾਂ ਨਿੱਜੀ ਜ਼ਿੰਦਗੀ ਨਾਲ। ਜੇਕਰ ਵਿਦਿਅਕ ਖੇਤਰ ਦੀਆਂ ਪ੍ਰੀਖਿਆਵਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਦਿਆਰਥੀ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਦੀਆਂ ਹਨ ਅਤੇ ਗਿਆਨ ਦੇ ਰਸਤੇ ਉੱਤੇ ਤੋਰਦੀਆਂ ਹਨ। ਵਿਦਿਆਰਥੀ ਇਹਨਾਂ ਪ੍ਰੀਖਿਆਵਾਂ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਾਰੇ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਤਾਂ ਸਿਰਫ ਇੱਕ ਹੀ ਵਿਦਿਆਰਥੀ ਦਾ ਆਉਂਦਾ ਹੈ। ਕੀ ਇਸ ਦਾ ਅਰਥ ਇਹ ਸਮਝਿਆ ਜਾਵੇ ਕਿ ਬਾਕੀ ਵਿਦਿਆਰਥੀ ਉਸ ਜਿੰਨੀ ਮਿਹਨਤ ਨਹੀਂ ਕਰਦੇ ਜਾਂ ਬਾਕੀਆਂ ਦਾ ਮਾਨਸਿਕ ਪੱਧਰ ਉਸ ਵਿਦਿਆਰਥੀ ਨਾਲੋਂ ਨੀਵਾਂ ਹੈ? ਨਹੀਂ, ਅਜਿਹਾ ਬਿਲਕੁਲ ਵੀ ਨਹੀਂ। ਅਸਲ ਵਿੱਚ ਫਰਕ ਪ੍ਰੀਖਿਆ ਦੀ ਤਿਆਰੀ ਕਰਨ ਦੇ ਤਰੀਕੇ ਦਾ ਹੁੰਦਾ ਹੈ। ਪੇਪਰਾਂ ਦੀ ਤਿਆਰੀ ਲਈ ਵਿਸ਼ੇਸ਼ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਸਿਲੇਬਸ ਅਤੇ ਪ੍ਰਸ਼ਨ ਪੱਤਰ ਦਾ ਨਮੂਨਾ ਚੰਗੀ ਤਰ੍ਹਾਂ ਘੋਖ ਲੈਣ। ਇਸ ਦੇ ਨਾਲ ਪ੍ਰੀਖਿਆ ਸੰਬੰਧੀ ਡਰ ਅਤੇ ਤਣਾਅ ਤੋਂ ਮੁਕਤ ਹੋ ਕੇ ਸਾਰੇ ਵਿਸ਼ਿਆਂ ਦਾ ਤਰੀਕੇ ਨਾਲ ਅਧਿਐਨ ਕੀਤਾ ਜਾ ਸਕਦਾ ਹੈ। ਜੇਕਰ ਵਿਦਿਆਰਥੀ ਆਪਣੀ ਪ੍ਰੀਖਿਆ ਦੀ ਨੀਂਹ ਮਜ਼ਬੂਤ ਨਾ ਕਰਨ ਤਾਂ ਪ੍ਰੀਖਿਆਵਾਂ ਦਾ ਸਮਾਂ ਨੇੜੇ ਆਉਣ 'ਤੇ ਉਹਨਾਂ ਦੇ ਸੁਭਾਅ ਵਿੱਚ ਅਲੱਗ ਤਰ੍ਹਾਂ ਦੀ ਤਲਖੀ ਜਾਂ ਤੇਜ਼ੀ ਆ ਜਾਂਦੀ ਹੈ, ਜਿਸ ਨਾਲ ਉਹ ਚੰਗੇ ਸਕੋਰ ਨਹੀਂ ਹਾਸਲ ਕਰ ਸਕਦੇ। ਪ੍ਰੀਖਿਆਵਾਂ ਵਿੱਚ ਸਫਲਤਾ ਲਈ ਜ਼ਰੂਰੀ ਹੈ ਨੀਹਾਂ ਨੂੰ ਮਜ਼ਬੂਤ ਕਰਨਾ। ਆਮ ਤੌਰ 'ਤੇ ਵੇਖਿਆ ਜਾਂਦਾ ਹੈ ਕਿ ਸ਼ੁਰੂਆਤੀ ਸਮੇਂ ਵਿੱਚ ਵਿਦਿਆਰਥੀ ਪੜ੍ਹਾਈ ਉੱਤੇ ਜ਼ੋਰ ਨਹੀਂ ਦਿੰਦੇ ਅਤੇ ਪੇਪਰ ਨੇੜੇ ਆਉਂਦਿਆਂ ਹੀ ਤਣਾਅ ਦੇ ਨਾਲ ਅਫਰਾ ਤਫਰੀ ਦੇ ਮਾਹੌਲ ਨਾਲ ਤਿਆਰੀ ਕਰਨੀ ਸ਼ੁਰੂ ਕਰਦੇ ਹਨ, ਜਿਸ ਕਰਕੇ ਉਹਨਾਂ ਨੂੰ ਚੰਗੇ ਸਕੋਰ ਲੈਣ ਵਿੱਚ ਸਫਲਤਾ ਪ੍ਰਾਪਤ ਨਹੀਂ ਹੁੰਦੀ। ਜੇਕਰ ਪ੍ਰੀਖਿਆ ਨੂੰ ਹਊਆ ਨਾ ਸਮਝ ਕੇ ਆਨੰਦਮਈ ਢੰਗ ਨਾਲ ਵਿਸ਼ਿਆਂ ਦੀ ਸਹੀ ਯੋਜਨਾਬੰਦੀ ਕਰਕੇ ਸਮਾਂ ਸਾਰਣੀ ਬਣਾ ਕੇ ਸਵੈ ਭਰੋਸਾ ਕਾਇਮ ਰੱਖ ਕੇ ਤਿਆਰੀ ਕੀਤੀ ਜਾਵੇ ਤਾਂ ਨਿਸ਼ਚਿਤ ਹੀ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਜਾ ਸਕਦੇ ਹਨ। ਆਮ ਤੌਰ 'ਤੇ ਦੇਖਣ ਵਿੱਚ ਆਇਆ ਹੈ ਕਿ ਕਈ ਵਾਰੀ ਅੰਧ ਵਿਸ਼ਵਾਸੀ ਮਾਪੇ ਪ੍ਰੀਖਿਆਵਾਂ ਨੇੜੇ ਆਪਣੇ ਬੱਚਿਆਂ ਨੂੰ ਜਬਰੀ ਪੂਜਾ ਪਾਠ ਵਿੱਚ ਲਾਉਂਦੇ ਹਨ, ਡੇਰਿਆਂ ਅਤੇ ਸਮਾਧਾਂ ਵਿੱਚ ਸੁਖਣਾ ਸੁਖਦੇ ਹਨ, ਜੋ ਕਿ ਇੱਕ ਗਲਤ ਧਾਰਨਾ ਹੈ, ਕਿਉਂਕਿ ਚੰਗੇ ਅੰਕ ਤਾਂ ਸਿਰਫ ਮਿਹਨਤ ਦੀ ਬਦੌਲਤ ਹੀ ਆ ਸਕਦੇ ਹਨ। ਜਿਵੇਂ ਕਿ ਸ਼ਾਇਰ ਕਹਿੰਦਾ ਹੈ, मेहनत से ज़िंदगी बनती है, जन्नत भी जहन्नुम भी, ये खाकी अपनी फितरत पे ना ਨੂਰੀ ਹੈ ਨਾ ਨਾਰੀ ਹੈ। ਪ੍ਰੀਖਿਆਵਾਂ ਦਰਅਸਲ ਸਾਡੇ ਗਿਆਨ ਦਾ ਮੁਲਾਂਕਣ ਕਰਨ ਲਈ ਕਰਵਾਈਆਂ ਜਾਂਦੀਆਂ ਹਨ। ਪੜ੍ਹਨ ਦੇ ਨਾਲ ਨਾਲ ਬੱਚਿਆਂ ਨੂੰ ਆਰਾਮ ਵੀ ਕਰਨਾ ਜ਼ਰੂਰੀ ਹੈ। ਜੇਕਰ ਪ੍ਰੀਖਿਆ ਵਿੱਚ ਸਮਾਂ ਘੱਟ ਰਹਿੰਦਾ ਹੋਵੇ ਤਾਂ ਸਾਨੂੰ ਨਵਾਂ ਪੜ੍ਹਨ ਦੀ ਖੇਚਲ ਘੱਟ ਕਰਨੀ ਚਾਹੀਦੀ ਹੈ, ਬਲਕਿ ਜੋ ਪਹਿਲਾਂ ਪੜ੍ਹਿਆ ਹੋਵੇ ਉਸ ਦੀ ਦੁਹਰਾਈ ਕਰਨੀ ਚਾਹੀਦੀ ਹੈ। ਪੜ੍ਹਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੋ ਵੀ ਪੜ੍ਹਨਾ ਹੈ ਉਸ ਨੂੰ ਆਪਣੇ ਜੀਵਨ ਦੀਆਂ ਗਤੀਵਿਧੀਆਂ ਅਤੇ ਆਲੇ ਦੁਆਲੇ ਨਾਲ ਜੋੜ ਕੇ ਪੜ੍ਹੋ। ਇਸ ਤਰ੍ਹਾਂ ਕਰਨ ਨਾਲ ਵਿਸ਼ਾ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਕਿਸੇ ਵੀ ਵਿਸ਼ੇ ਨੂੰ ਕਦੇ ਵੀ ਕਿਤਾਬਾਂ ਦੀ ਨਕਲ ਕਰਕੇ ਨਹੀਂ ਯਾਦ ਕਰਨਾ ਚਾਹੀਦਾ, ਬਲਕਿ ਇਹਨਾਂ ਵਿਸ਼ਿਆਂ ਨੂੰ ਪੜ੍ਹ ਕੇ ਆਪਣੇ ਮਨ ਅੰਦਰ ਵਿਚਾਰ ਪੈਦਾ ਕਰਨੇ ਚਾਹੀਦੇ ਹਨ ਅਤੇ ਉਹਨਾਂ ਵਿਚਾਰਾਂ ਨੂੰ ਆਪਣੇ ਸ਼ਬਦਾਂ ਰਾਹੀਂ ਪ੍ਰੀਖਿਆ ਵਿੱਚ ਉਜਾਗਰ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਹਮੇਸ਼ਾ ਹੀ ਵੱਖੋ ਵੱਖਰੇ ਸੋਮਿਆਂ ਤੋਂ ਗਿਆਨ ਇਕੱਤਰ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਉਹਨਾਂ ਦੀ ਆਮ ਜਾਣਕਾਰੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੀਖਿਆਵਾਂ ਜ਼ਿੰਦਗੀ ਲਈ ਸਭ ਤੋਂ ਅਹਿਮ ਹਨ।
ਜਿਨ੍ਹਾਂ ਦੀ ਤਿਆਰੀ ਲਈ ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਪ੍ਰੀਖਿਆਵਾਂ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਸਾਨੂੰ ਬਿਨਾਂ ਕਿਸੇ ਤਣਾਅ ਜਾਂ ਬੋਝ ਤੋਂ ਪੜ੍ਹਨਾ ਚਾਹੀਦਾ ਹੈ। ਕਿਸੇ ਵੀ ਵਿਸ਼ੇ ਨੂੰ ਰੱਟਾ ਮਾਰ ਕੇ ਨਹੀਂ ਪੜ੍ਹਨਾ ਚਾਹੀਦਾ। ਆਪਣੇ ਨੋਟਸ ਆਪ ਤਿਆਰ ਕਰਨੇ ਚਾਹੀਦੇ ਹਨ ਅਤੇ ਪੁਰਾਣੇ ਪ੍ਰਸ਼ਨ ਪੱਤਰ ਵੱਧ ਤੋਂ ਵੱਧ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਮ ਤੌਰ 'ਤੇ ਵਿਦਿਆਰਥੀ ਪ੍ਰੀਖਿਆ ਦੇ ਦਿਨਾਂ ਵਿੱਚ ਮੁਨਾਸਬ ਨੀਂਦ ਨਹੀਂ ਲੈਂਦੇ, ਜੋ ਕਿ ਗਲਤ ਹੈ, ਜਿਸ ਨਾਲ ਯਾਦਦਾਸ਼ਤ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਸਫਲਤਾ ਵੀ ਪ੍ਰਾਪਤ ਨਹੀਂ ਹੁੰਦੀ। ਪੜ੍ਹੀ ਹੋਈ ਸਮੱਗਰੀ ਨੂੰ ਸਮਝ ਕੇ ਲਿਖ ਕੇ ਯਾਦ ਕਰਨਾ ਚਾਹੀਦਾ ਹੈ। ਮਹੱਤਵਪੂਰਨ ਪ੍ਰਸ਼ਨ ਪੱਤਰਾਂ ਨੂੰ ਇੱਕ ਕਾਪੀ ਉੱਤੇ ਲਿਖ ਲੈਣਾ ਚਾਹੀਦਾ ਹੈ ਤਾਂ ਜੋ ਉਹਨਾਂ ਪ੍ਰੀਖਿਆਵਾਂ ਸਮੇਂ ਪੜ੍ਹਨ ਵਿੱਚ ਕੋਈ ਮੁਸ਼ਕਿਲ ਨਾ ਆਵੇ। ਪੜ੍ਹਨ ਲਈ ਸ਼ਾਂਤੀ ਭਰਿਆ ਮਾਹੌਲ ਚੁਣਨਾ ਚਾਹੀਦਾ ਹੈ, ਜਿੱਥੇ ਵਿਦਿਆਰਥੀ ਆਰਾਮਦਾਇਕ ਮਾਹੌਲ ਮਹਿਸੂਸ ਕਰ ਸਕਣ। ਆਮ ਤੌਰ 'ਤੇ ਸਵੇਰੇ ਉੱਠ ਕੇ ਪੜ੍ਹਨ ਨੂੰ ਤਰਜੀਹ ਦੇਣੀ ਚਾਹੀਦੀ ਹੈ। 12ਵੀਂ ਕਲਾਸ ਕਰਨ ਤੋਂ ਬਾਅਦ ਆਮ ਤੌਰ 'ਤੇ ਬੱਚੇ ਕਾਲਜ ਵਿੱਚ ਦਾਖਲਾ ਲੈਣ ਦੇ ਬਾਰੇ ਸੋਚਦੇ ਹਨ, ਜਿਸ ਦੇ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਟੈਸਟ ਦੇਣੇ ਪੈਂਦੇ ਹਨ। ਟੈਸਟ ਨੂੰ ਲੈ ਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਅੱਜ ਕੁਝ ਮਹੱਤਵਪੂਰਨ ਟੈਸਟਾਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੀ, ਜਿਨ੍ਹਾਂ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਦੇ ਬਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੀ, ਜਿਵੇਂ ਕਿ ਕੈਟ, ਨੀਟ, ਮੈਟ, JEN, IPS ਅਤੇ IAS ਦੀ ਤਿਆਰੀ ਤੁਸੀਂ ਕਿਵੇਂ ਕਰਨੀ ਹੈ। ਕੈਟ ਦੀ ਪ੍ਰੀਖਿਆ ਹਰ ਸਾਲ ਲੱਖਾਂ ਵਿਦਿਆਰਥੀ ਦਿੰਦੇ ਹਨ ਅਤੇ ਪਾਸ ਵੀ ਕਰਦੇ ਹਨ। ਬਹੁਤ ਸਾਰੇ ਵਿਦਿਆਰਥੀ ਇਸ ਵਿੱਚ ਅਸਫਲ ਵੀ ਰਹਿੰਦੇ ਹਨ। ਹਰੇਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਕੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ MBA ਮਤਲਬ ਕਿ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਨ। ਇਹ ਕੋਰਸ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਰਵਾਇਆ ਜਾਂਦਾ ਹੈ, ਪਰ IIM ਵੱਲੋਂ ਕਰਵਾਇਆ ਜਾਂਦਾ ਕੈਟ ਦਾ ਪੇਪਰ ਸਭ ਤੋਂ ਮਹੱਤਵਪੂਰਨ ਹੈ। ਇਹ ਪ੍ਰੀਖਿਆ ਪਾਸ ਕਰਨ ਲਈ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਹ ਪ੍ਰੀਖਿਆ ਕੰਪਿਊਟਰ 'ਤੇ ਆਧਾਰਿਤ ਹੈ। ਕੈਟ ਦੇ ਪੇਪਰ ਵਿੱਚ ਘੱਟ ਤੋਂ ਘੱਟ 50% ਨੰਬਰ ਆਉਣੇ ਲਾਜ਼ਮੀ ਹੁੰਦੇ ਹਨ। ਹਰੇਕ ਵਿਦਿਆਰਥੀ ਕਿਸੇ ਵੀ ਕਾਲਜ ਵਿੱਚ ਜਿੱਥੇ ਇਸ ਦੀ ਤਿਆਰੀ ਕਰਵਾਈ ਜਾਂਦੀ ਹੈ, ਵਿਸ਼ਾ ਪੜ੍ਹਾਇਆ ਜਾਂਦਾ ਹੈ, ਉਸ ਵਿੱਚ ਦਾਖਲਾ ਲੈ ਸਕਦਾ ਹੈ। ਪ੍ਰੀਖਿਆ ਵਿੱਚ ਚੰਗੇ ਨੰਬਰ ਲੈਣ ਦੇ ਲਈ ਵਿਦਿਆਰਥੀਆਂ ਨੂੰ ਚੰਗੀ ਮਿਹਨਤ ਕਰਨੀ ਪਵੇਗੀ। ਇਸ ਪੇਪਰ ਨੂੰ ਕਲੀਅਰ ਕਰਨ ਲਈ ਸਿਲੇਬਸ ਦੀਆਂ ਕਿਤਾਬਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਪਵੇਗਾ। ਇਸ ਦੇ ਨਾਲ ਹੀ ਪ੍ਰੀਖਿਆ ਵਿੱਚ ਜ਼ਿਆਦਾਤਰ ਇੰਗਲਿਸ਼ ਜਨਰਲ ਨੌਲੇਜ ਦੇ ਪ੍ਰਸ਼ਨ ਹੁੰਦੇ ਹਨ, ਇਸ ਲਈ ਹਰ ਰੋਜ਼ ਅਖਬਾਰ ਪੜ੍ਹੋ, ਵੱਖਰੇ ਵੱਖਰੇ ਮੈਗਜ਼ੀਨ ਪੜ੍ਹੋ, ਕੰਪਿਊਟਰ ਤੇ ਮੋਬਾਈਲ ਤੇ ਮੌਕ ਟੈਸਟ ਦੇਖ ਕੇ ਵੀ ਇਹਨਾਂ ਦੀ ਤਿਆਰੀ ਕਰ ਸਕਦੇ ਹੋ। ਕੈਟ ਦੀ ਤਰ੍ਹਾਂ ਹੀ ਨੀਟ ਦਾ ਟੈਸਟ ਵੀ ਬਹੁਤ ਮਹੱਤਵਪੂਰਨ ਹੈ। ਇਸ ਨੂੰ ਵੀ ਲੱਖਾਂ ਹੀ ਵਿਦਿਆਰਥੀ ਹਰ ਸਾਲ ਦਿੰਦੇ ਹਨ। ਜਿਹੜੇ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ, ਉਹ ਇਸ ਟੈਸਟ ਦੀ ਤਿਆਰੀ ਵੱਖੋ ਵੱਖਰੇ ਕੋਚਿੰਗ ਸੈਂਟਰਾਂ ਅਤੇ ਹੋਰ ਵਿਸ਼ਾ ਸਮੱਗਰੀਆਂ ਨੂੰ ਇਕੱਤਰ ਕਰਕੇ ਕਰ ਸਕਦੇ ਹਨ। ਮੈਟ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੁਆਰਾ ਲਈ ਜਾਣ ਵਾਲੀ ਪ੍ਰੀਖਿਆ ਹੈ। ਇਹ ਸਾਲ ਵਿੱਚ ਫਰਵਰੀ, ਮਈ, ਸਤੰਬਰ ਅਤੇ ਦਸੰਬਰ ਦੇ ਮਹੀਨੇ 4 ਵਾਰ ਹੁੰਦੀ ਹੈ। ਇਸ ਦੇ ਬਾਰੇ ਜਾਣਕਾਰੀ ਹਰ ਅਖਬਾਰ ਵਿੱਚ ਆਉਂਦੀ ਹੈ। MBA ਪਾਸ ਵਿਦਿਆਰਥੀ ਨੌਕਰੀ ਲਈ ਇਹ ਪ੍ਰੀਖਿਆ ਦਿੰਦੇ ਹਨ। ਇਸ ਪ੍ਰੀਖਿਆ ਦੇ ਲਈ APPS.AIMA.in ਸਾਈਟ 'ਤੇ ਜਾ ਕੇ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ। ਮੈਟ ਦਾ ਪੇਪਰ ਇੰਗਲਿਸ਼ 'ਤੇ ਆਧਾਰਿਤ ਹੁੰਦਾ ਹੈ, ਇਸ ਕਰਕੇ ਹਰ ਵਿਦਿਆਰਥੀ ਨੂੰ ਆਪਣੀ ਇੰਗਲਿਸ਼ ਇੰਪਰੂਵ ਕਰਨੀ ਚਾਹੀਦੀ ਹੈ। ਵਿਦਿਆਰਥੀ ਆਪਣੇ ਪੜ੍ਹਨ ਦੀ ਸਪੀਡ ਤੇਜ਼ ਕਰਨ, ਜਿਸ ਦਾ ਫਾਇਦਾ ਉਹਨਾਂ ਨੂੰ ਬੋਲਣ ਅਤੇ ਲਿਖਣ ਵਿੱਚ ਹੋਵੇਗਾ। 10ਵੀਂ ਕਲਾਸ ਦੇ ਮੈਥਸ ਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ। ਹਰ ਰੋਜ਼ ਥੋੜ੍ਹਾ ਥੋੜ੍ਹਾ ਪੜ੍ਹਦੇ ਹੋਏ ਆਪਣੇ ਸਾਰੇ ਟੌਪਿਕਸ ਨੂੰ ਕਵਰ ਕਰੋ। ਜਿੰਨਾ ਵੀ ਹੋ ਸਕੇ ਆਪਣੀ ਸੋਚ ਨੂੰ ਪੋਜ਼ੀਟਿਵ ਰੱਖੋ, ਆਪਣੇ ਦਿਮਾਗ 'ਤੇ ਨਕਾਰਾਤਮਕ ਬੋਝ ਨਾ ਪੈਣ ਦਿਓ। JEE ਮੇਨ ਜੁਆਇੰਟ ਐਂਟਰੈਂਸ ਪ੍ਰੀਖਿਆ ਉਹ ਦਿੰਦੇ ਹਨ ਜੋ ਇੰਜੀਨੀਅਰਿੰਗ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।
ਇਸ ਤੋਂ ਜੋ ਬੈਚਲਰ ਆਫ ਟੈਕਨੋਲੋਜੀ ਕਰਨਾ ਚਾਹੁੰਦੇ ਹਨ, ਇਹ ਪ੍ਰੀਖਿਆ 2 ਹਿੱਸਿਆਂ ਵਿੱਚ ਹੁੰਦੀ ਹੈ, JEE ਐਡਵਾਂਸ ਅਤੇ JEE ਮੇਨਸ। ਇਸ ਵਿੱਚ ਤੁਹਾਨੂੰ ਜ਼ਿਆਦਾ ਨੰਬਰ ਲੈਣੇ ਪੈਣਗੇ। ਜਿੰਨੇ ਜ਼ਿਆਦਾ ਤੁਹਾਡੇ ਚੰਗੇ ਨੰਬਰ ਆਉਣਗੇ, ਉਨੇ ਹੀ ਵਧੀਆ ਕਾਲਜ ਵਿੱਚ ਤੁਹਾਨੂੰ ਦਾਖਲਾ ਮਿਲੇਗਾ। ਆਨਲਾਈਨ ਇਹ ਪ੍ਰੀਖਿਆ 360 ਅੰਕ ਦੀ ਹੁੰਦੀ ਹੈ। ਇਸ ਦੀ ਹੋਰ ਜਾਣਕਾਰੀ ਦੇ ਲਈ jeemain.nic.in ਤੇ ਅਪਲਾਈ ਕਰ ਸਕਦੇ ਹੋ। ਇਸ ਪ੍ਰੀਖਿਆ ਦੀ ਤਿਆਰੀ ਲਈ ਕੈਮਿਸਟਰੀ ਦੀ ਤਿਆਰੀ ਦੇ ਨਾਲ ਨਾਲ ਮੈਥਸ ਦੀ ਵੀ ਬਹੁਤ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ। ਇਮਤਿਹਾਨ ਦਾ ਹਰ ਸਾਲ ਪੈਟਰਨ ਬਦਲ ਜਾਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਹਰ ਸਾਲ ਨਵੇਂ ਪੈਟਰਨ ਦੇ ਅਨੁਸਾਰ ਹੀ ਆਪਣੀ ਤਿਆਰੀ ਕਰੋ। ਇਸ ਨਾਲ ਤੁਸੀਂ ਇਸ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ। ਵੱਖੋ ਵੱਖਰੇ ਹੋਰ ਟੈਸਟ ਜਿਵੇਂ ਕਿ IPS ਸਿਵਲ ਸੇਵਾ ਪ੍ਰੀਖਿਆ ਦਾ ਇੱਕ ਭਾਗ ਹੈ। IPS ਇਹ ਪ੍ਰੀਖਿਆ UPSC ਦੁਆਰਾ ਕਰਵਾਈ ਜਾਂਦੀ ਹੈ। UPSC ਦੁਆਰਾ IPS, IAS, IFS ਦੇ ਪੇਪਰ ਕਰਵਾਏ ਜਾਂਦੇ ਹਨ। ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਤੁਸੀਂ ਪੁਲਿਸ ਆਫੀਸਰ ਬਣ ਸਕਦੇ ਹੋ। ਇਸ ਪ੍ਰੀਖਿਆ ਦੇ ਲਈ ਗ੍ਰੈਜੂਏਸ਼ਨ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਵਿਦਿਆਰਥੀ ਜਨਰਲ ਨੌਲੇਜ ਆਪਣੀ ਨੂੰ ਇੰਪਰੂਵ ਕਰਨ। ਇਸ ਦੀ ਜ਼ਿਆਦਾ ਜਾਣਕਾਰੀ ips.nic.in ਵੈਬਸਾਈਟ 'ਤੇ ਜਾ ਕੇ ਤੁਸੀਂ ਲੈ ਸਕਦੇ ਹੋ ਅਤੇ ਇਸ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ। ਰੋਜ਼ਾਨਾ ਅਖਬਾਰ ਪੜ੍ਹਨਾ ਚਾਹੀਦਾ ਹੈ। ਮਾਰਕ ਟੈਸਟ ਜ਼ਰੂਰ ਪਾਸ ਕਰਨੇ ਚਾਹੀਦੇ ਹਨ। ਇਕੱਲੇ ਬੈਠ ਕੇ ਪੜ੍ਹਨ ਦੀ ਥਾਂ ਦੋਸਤਾਂ ਨਾਲ ਬੈਠ ਕੇ ਗਰੁੱਪ ਸਟੱਡੀ ਕਰਨ ਦਾ ਵੀ ਫਾਇਦਾ ਹੋ ਸਕਦਾ ਹੈ। ਆਪਣੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਤੁਸੀਂ ਗਰੁੱਪਸ ਦੇ ਵਿੱਚ ਬੈਠ ਕੇ ਜਲਦੀ ਅਤੇ ਆਸਾਨੀ ਨਾਲ ਸੋਲਵ ਕਰ ਸਕਦੇ ਹੋ। ਇਹਨਾਂ ਕੁਝ ਵੱਖੋ ਵੱਖਰੇ ਕੋਰਸਾਂ ਨੂੰ ਅਪਲਾਈ ਕਰਨ ਦਾ ਸਮਾਂ ਹੈ, ਜਿਵੇਂ ਕੈਟ ਅਕਤੂਬਰ ਮਹੀਨੇ ਦੇ ਚੌਥੇ ਹਫ਼ਤੇ ਪ੍ਰੀਖਿਆ ਲਈ ਜਾਂਦੀ ਹੈ। ਨੀਟ ਦੀ ਪ੍ਰੀਖਿਆ ਆਮ ਤੌਰ 'ਤੇ ਦਸੰਬਰ ਦੇ ਦੂਜੇ ਹਫ਼ਤੇ ਹੁੰਦੀ ਹੈ। ਮੈਟ ਦੀ ਪ੍ਰੀਖਿਆ ਦਸੰਬਰ ਦੇ ਚੌਥੇ ਹਫ਼ਤੇ ਹੁੰਦੀ ਹੈ। JEE ਮੈਨ ਮਾਰਚ ਮਹੀਨੇ ਦੇ ਤੀਜੇ ਹਫ਼ਤੇ ਹੁੰਦੀ ਹੈ। ਕੈਟ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਹੁੰਦੀ ਹੈ। IPS ਫਰਵਰੀ ਮਹੀਨੇ ਦੇ ਦੂਜੇ ਹਫ਼ਤੇ ਹੁੰਦੀ ਹੈ, ਪਰ ਇਹ ਸਮਾਂ ਬਦਲ ਵੀ ਸਕਦਾ ਹੈ। ਇਸ ਦੇ ਲਈ ਤੁਹਾਨੂੰ ਆਪਣੀ ਨੌਲੇਜ ਨੂੰ ਅਪ ਟੂ ਡੇਟ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ। ਮੁਸ਼ਕਿਲਾਂ, ਦੁਸ਼ਵਾਰੀਆਂ ਸਾਰੀਆਂ ਨੂੰ ਪਿੱਛੇ ਕਰਕੇ ਵਿਦਿਆਰਥੀਆਂ ਨੇ ਬਹੁਤ ਹੀ ਅੱਗੇ ਨਿਕਲਣਾ ਹੁੰਦਾ ਹੈ। ਆਉਣ ਵਾਲੇ ਸਮੇਂ ਦੇ ਭਵਿੱਖ ਦੇ ਤੁਸੀਂ ਸੁਨਹਿਰੀ ਸਮਿਆਂ ਦੇ ਮਾਲਕ ਹੋ। ਇਸ ਲਈ ਹਮੇਸ਼ਾ ਆਪਣੇ ਧਿਆਨ ਨੂੰ ਆਪਣੇ ਟੀਚੇ 'ਤੇ ਕੇਂਦਰਿਤ ਕਰਕੇ ਰੱਖੋ। ਸਮਾਂ ਘੋੜੇ ਵਾਂਗ ਭੱਜਦਾ ਹੈ। ਸਮੇਂ ਨੂੰ ਸੰਭਾਲਣਾ ਹੀ ਸਭ ਤੋਂ ਵੱਡੀ ਸਫਲਤਾ ਹੈ। ਇਹ ਠਹਿਰਨ ਜਾਚ ਨਾ ਜਾਣਦਾ ਅਤੇ ਲੰਘ ਗਿਆ ਨਾ ਮੁੜ ਕੇ ਆਉਂਦਾ। ਭਾਈ ਵੀਰ ਸਿੰਘ ਦੱਸਦੇ ਨੇ ਕਿ ਕਿਵੇਂ ਸਮਾਂ ਦੌੜਦਾ ਜਾਂਦਾ ਹੈ। ਸਮੇਂ ਦੀ ਉਹਨਾਂ ਨੇ ਅਹਿਮੀਅਤ ਦੱਸੀ, ਕਿਉਂਕਿ ਸਮਾਂ ਹੀ ਜਿਸ ਮਨੁੱਖ ਨੂੰ ਬਚਾਉਣਾ ਆ ਜਾਂਦਾ ਹੈ, ਸਮੇਂ ਦੀ ਵਰਤੋਂ ਕਰਨੀ ਆ ਜਾਂਦੀ ਹੈ, ਉਹ ਹੀ ਜੀਵਨ ਵਿੱਚ ਸਫਲ ਹੁੰਦਾ ਹੈ। ਖਾਸ ਕਰਕੇ ਜਿਹੜੇ ਵਿਦਿਆਰਥੀ ਸਮੇਂ ਦੇ ਨਾਲ ਗਤੀ ਨਹੀਂ ਮਿਲਾਉਂਦੇ, ਉਹਨਾਂ ਦੇ ਹੱਥ ਅਸਫਲਤਾ ਅਤੇ ਪਛਤਾਵਾ ਹੀ ਲੱਗਦਾ ਹੈ। ਵਿਦਿਆਰਥੀ ਨੂੰ ਹਰ ਵਿਸ਼ਾ ਆਪਣੇ ਦਿਮਾਗ ਵਿੱਚ ਉਤਾਰਨਾ ਚਾਹੀਦਾ ਹੈ। ਪੜ੍ਹਦੇ ਜਾਂ ਯਾਦ ਕਰਦੇ ਸਮੇਂ 5 ਮਿੰਟ ਲਈ ਧਿਆਨ ਲਗਾਓ। ਕੁਝ ਯਾਦ ਨਹੀਂ ਹੁੰਦਾ ਤਾਂ ਠੰਡਾ ਪਾਣੀ ਪੀਓ, ਫਿਰ ਧਿਆਨ ਨੂੰ ਕੇਂਦਰਿਤ ਕਰੋ ਅਤੇ ਇਕਾਂਤ ਵਾਤਾਵਰਣ ਚੁਣੋ। ਸਵੇਰੇ ਜਲਦੀ ਉੱਠ ਕੇ ਪੜ੍ਹੋ। ਜੋ ਯਾਦ ਕੀਤਾ ਹੈ ਉਸ ਨੂੰ ਲਿਖ ਕੇ ਦੇਖੋ। ਵਿਸ਼ੇ ਦੇ ਮੁੱਖ ਵਾਕਾਂ ਹੇਠ ਰੇਖਾਵਾਂ ਖਿੱਚੋ ਅਤੇ ਹਮੇਸ਼ਾ ਆਤਮ ਵਿਸ਼ਵਾਸ ਨਾਲ ਭਰੇ ਰਹੋ। ਇਸ ਤਰ੍ਹਾਂ ਤੁਸੀਂ ਬਿਨਾਂ ਕਿਸੇ ਤਣਾਅ ਜਾਂ ਬੋਝ ਦੇ ਆਪਣੀਆਂ ਪ੍ਰੀਖਿਆਵਾਂ ਪਾਸ ਕਰਨ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ। ਆਪਣੇ ਆਪ ਵਿੱਚ ਆਤਮ ਵਿਸ਼ਵਾਸ ਲਿਆ ਕੇ ਅਤੇ ਕੁਝ ਉਹਨਾਂ ਗੱਲਾਂ ਨੂੰ ਅਪਣਾ ਕੇ ਜੋ ਜੀਵਨ ਦੇ ਵਿੱਚ ਨਕਾਰਾਤਮਕਤਾ ਨੂੰ ਦੂਰ ਭਜਾ ਕੇ ਸਾਰਥਕਤਾ ਲਿਆਉਂਦੀਆਂ ਹੋਣ, ਉਹਨਾਂ ਉੱਪਰ ਤਵੱਜੋ ਦਿਓ, ਜਿਸ ਕਰਕੇ ਤੁਸੀਂ ਸੁਚੇਤ ਰਹੋਗੇ ਅਤੇ ਹਰੇਕ ਪੇਪਰ ਦੀ ਤਿਆਰੀ ਬਹੁਤ ਧਿਆਨ ਨਾਲ ਕਰ ਸਕਦੇ ਹੋ।
ਸਫਲਤਾ ਆਪਣੇ ਵਿਸ਼ਿਆਂ ਦਾ ਗਿਆਨ ਹਾਸਲ ਕਰਨ ਵਿੱਚ ਆਮ ਤੌਰ 'ਤੇ ਮੰਨੀ ਜਾਂਦੀ ਹੈ। ਵਿਦਿਆਰਥੀ ਵੱਖ-ਵੱਖ ਕਿਤਾਬਾਂ ਪੜ੍ਹਨ, ਫੇਸਬੁੱਕ ਜਾਂ ਵਟਸਐਪ ਦੀ ਥਾਂ 'ਤੇ ਉਹ ਚੰਗੀਆਂ ਗਿਆਨ ਭਰਪੂਰ ਵੈਬਸਾਈਟਸ ਤੋਂ ਵੀ ਨੌਲੇਜ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਉਹਨਾਂ ਦੇ ਸੁਭਾਅ ਵਿੱਚ ਇੱਕ ਸਥਿਰਤਾ ਆਏਗੀ, ਸ਼ਾਂਤੀ ਆਏਗੀ ਅਤੇ ਸਹਿਜ ਦੇ ਨਾਲ ਉਹ ਆਪਣੇ ਮੁਕਾਮ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਸਕਦੇ ਹਨ। ਵਿਦਿਆਰਥੀਓ, ਪ੍ਰੀਖਿਆਵਾਂ ਸਾਡੇ ਗਿਆਨ ਦਾ ਮੁਲਾਂਕਣ ਕਰਨ ਲਈ ਕਰਵਾਈਆਂ ਜਾਂਦੀਆਂ ਹਨ। ਇਸ ਕਰਕੇ ਨਿਰਮਾਣਵਾਦੀ ਢੰਗ ਨਾਲ ਤਿਆਰੀ ਕਰੋ। ਜੇਕਰ ਅਸੀਂ ਚੰਗੇ ਅੰਕ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਲਗਾਤਾਰ ਸਾਨੂੰ ਸਮਾਂ ਸਾਰਣੀ ਬਣਾ ਕੇ ਤੇ ਹੋਰ ਵਿਸ਼ਿਆਂ ਨੂੰ ਵੀ ਮਹੱਤਵ ਦੇ ਕੇ ਉਸ 'ਤੇ ਅਮਲ ਕਰਨਾ ਚਾਹੀਦਾ ਹੈ। ਕਦੇ ਵੀ ਇਮਤਿਹਾਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਜ਼ਿੰਦਗੀ ਹਰ ਵਕਤ ਹੀ ਇਮਤਿਹਾਨ ਲੈਂਦੀ ਹੈ ਤੇ ਉਤਰਾਵਾਂ ਚੜਾਵਾਂ ਦੇ ਵਿੱਚੋਂ ਗੁਜ਼ਰਦਿਆਂ ਹੀ ਅਸੀਂ ਆਪਣੇ ਮੁਕਾਮ ਹਾਸਿਲ ਕਰਨੇ ਹਨ। ਅਭੀ ਤਾरों के आगे आसमां और भी हैं, अभी ਜ਼ਿੰਦਗੀ के ਇਮਤਿਹਾਨ और भी हैं। ਇਹ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਨਿਰੰਤਰ ਦਿਲਚਸਪੀ ਲੈ ਕੇ ਰੌਚਕਤਾ ਦੇ ਨਾਲ ਤੇ ਸਹਿਜ ਦੇ ਨਾਲ ਆਪਣੀ ਮੰਜ਼ਿਲ ਵੱਲ ਵੱਧਦੇ ਜਾਓ। ਯਕੀਨਨ ਹੀ ਇੱਕ ਦਿਨ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ। ਬਹੁਤ ਬਹੁਤ ਧੰਨਵਾਦ।